बिस्मिल्लाहिर्रहमानिर्रहीम। अस्सलाम वालेकुम मेरे प्यारे साथियों। हरजीत सिंह अपनी हर वीडियो में हिंदुओं को और इंडियन मीडिया और इंडियन गवर्नमेंट को ऐसी भिगो के मारता है और ऐसी खरी खरी सुनाता है और उसका अंदाज़े बयान और उसके बात करना इस तरह साबित करता है कि वो जो बात भी कर रहा है बिल्कुल सच्ची कर रहा है और बहुत मासूमियत के साथ कर रहा है। इसका ये मतलब नहीं है कि वो सबको अपनी लपेट में लेता है। असल बात ये है कि वो उन लोगों के लिए ये बातें करता है जो सचमुच बुरे हैं और जिनकी ज़हनियत बुरी है, जिनकी फितरत बुरी है और जो गलत काम कर रहे हैं, ये सिर्फ उनको इस तरह की बातें सुनाता है। हाँ जी, सुनाओ सारे वीरां दा की हाल चाल है? कायम आ सेहतां? मैं वेट करदा सी एक्चुअली, मैं क्या 6 जून लंघ जावे उदों बाद ही लाइव होवांगे ते गलबात करांगे। 6 जून लंघ गई आ ते एक बीबी आ अंजना ओम कश्यप आज तक वाली, ते ओ जेड़े हैदराबाद तो MP आ ना, उन्हां दा नाम आ मुस्लिम MP आ, बड़े मशहूर आ, मैनूं नाम नहीं उन्हां दा याद। असुद्दीन ओवैसी। ओ बीबी अंजना ओम कश्यप ਉਹਨਾਂ ਨੂੰ ਕਹਿੰਦੀ ਵੀ ਤੁਸੀਂ ਮੋਦੀ ਦੇ ਨਾਲ ਕਿਉਂ ਨਹੀਂ ਚੱਲ ਸਕਦੇ? ਤੁਸੀਂ 2002 ਗੁਜਰਾਤ ਨੂੰ ਭੁੱਲਦੇ ਕਿਉਂ ਨਹੀਂ? ਵੀ ਸਿੱਖ ਵੀ ਤਾਂ ਭੁੱਲ ਹੀ ਗਏ ਆ ਤੇ ਵੀ 84 ਨੂੰ। ਤੇ ਮੈਂ ਬੜਾ ਹੈਰਾਨ ਸੀ ਬੀਬੀ ਅੰਜਣਾ ਓਮ ਤੇ ਵੀ ਅੱਜ ਤੱਕ ਵਾਲੀ ਤੇ ਵੀ ਮੈਂ ਕਿਹਾ ਵੇਟ ਕਰਦੇ ਆ, ਵੇਖਦੇ ਆ 6 ਤਰੀਕ ਆਉਣੀ ਆ, ਵੇਖਦੇ ਆ ਵੀ ਸਿੱਖ ਭੁੱਲ ਗਏ ਆ 84 ਨੂੰ ਕਿ ਯਾਦ ਕਰਦੇ ਆ। ਤੇ ਬੀਬੀ ਜੀ ਹੁਣ ਵੇਖ ਲਓ, ਸਿੱਖਾਂ ਨੇ ਤਾਂ ਪੂਰਾ ਆਪਦਾ ਜ਼ੋਰ ਲਾਇਆ ਆ ਅਕਾਲ ਤਖਤ ਦੇ ਉੱਤੇ ਤੇ ਤੁਹਾਨੂੰ ਪਤਾ ਲੱਗ ਗਿਆ ਹੋਣਾ ਆ। ਤੁਸੀਂ ਇਹ ਸੋਚ ਹੀ ਕਿਵੇਂ ਸਕਦੇ ਆ ਵੀ ਸਿੱਖ 84 ਭੁੱਲ ਜਾਣਗੇ? ਹਾਂ, ਤੇ ਇਹ ਗੱਲਾਂ ਤੁਸੀਂ ਦਿਮਾਗ ਦੇ ਵਿੱਚੋਂ ਕੱਢ ਦਿਓ। ਇਹ ਦੁਬਾਰਾ ਇਹੋ ਜੀ ਸੋਚ ਦਿਮਾਗ ਦੇ ਵਿੱਚ ਨਾ ਆਉਣ ਦਿਓ। ਅਸੀਂ ਨਹੀਂ ਭੁੱਲਣਾ, ਸਾਨੂੰ ਪਤਾ ਆ ਜੋ ਕੁਝ ਸਾਡੇ ਨਾਲ ਹੋਇਆ ਆ। ਤੇ ਦੂਜੀ ਗੱਲ, ਇੱਕ ਪਾਂਡੇ ਜੀ ਕਹਿੰਦੇ ਆ ਤੁਸੀਂ ਖਾਲਿਸਤਾਨ ਦੀ ਗੱਲ ਫੇਰ ਕਰਿਓ, ਪਹਿਲਾਂ ਪੰਜਾਬ ਦੇ ਉੱਤੇ 2 ਲੱਖ ਕਰੋੜ ਦਾ ਕਰਜ਼ਾ ਆ ਤੇ ਉਹ ਦਿਓ। ਤੇ ਪਾਂਡੇ ਜੀ ਨੂੰ ਮੇਰਾ ਜਵਾਬ ਹੈ, ਪਾਂਡੇ ਜੀ ਤੁਸੀਂ 2 ਲੱਖ ਕਰੋੜ ਛੱਡੋ, ਤੁਸੀਂ ਸਾਡੇ ਤੋਂ 4 ਲੱਖ ਕਰੋੜ ਲਵੋ ਤੇ ਤੁਸੀਂ ਡੰਡੀ ਲੱਗੋ, ਬਾਹਰ ਨਿਕਲੋ ਇੱਥੋਂ। ਸਾਨੂੰ ਨਹੀਂ ਚਾਹੀਦੇ ਤੁਸੀਂ, ਸਾਨੂੰ ਪਤਾ ਆ ਦਛਣਾ ਤਾਂ ਤੁਸੀਂ ਮੰਗਣੀ ਆ। ਇਹ ਜਿੱਦਣ ਵੀ ਕੰਮ ਖਰਾਬ ਹੋਇਆ ਨਾ, ਸਾਨੂੰ ਪਤਾ ਆ ਦਛਣਾ ਸਾਨੂੰ ਦੇਣੀ ਪੈਣੀ ਆ ਤੁਹਾਨੂੰ, ਉਂਝ ਮਸਲਾ ਨਹੀਂ ਹੱਲ ਹੋਣਾ। ਤੇ ਤੁਸੀਂ ਕਰ ਵਿਖਾਈ ਉਹੀ ਬਾਹਮਣ ਵਾਲੀ ਨਾ। ਤੇ ਇਹ 2 ਲੱਖ ਕਰੋੜ ਕਰਜ਼ਾ ਚੜਿਆ ਕਿਵੇਂ ਆ? ਸਾਰੇ ਪੰਜਾਬ ਨੂੰ ਤਾਂ ਤੁਸੀਂ ਚੂੰਡ ਲਿਆ, ਸਾਡਾ ਸਾਰਾ ਕੁਝ ਤਾਂ ਤੁਸੀਂ ਲੁੱਟ ਲਿਆ, ਪਾਣੀ ਸਾਡਾ ਖੋਹ ਲਿਆ, ਧਰਤੀ ਸਾਡੀ ਦਾ ਬੇੜਾ ਗਰਕ ਕਰ ਦਿੱਤਾ ਆ। ਹੈ ਕੋਈ ਕਿਸੇ ਚੀਜ਼ ਤੇ ਸਾਡਾ ਕੰਟਰੋਲ ਨਹੀਂ ਹੈਗਾ। ਜਿਹੜੀ ਕੈਪੀਟਲ ਆ ਉਹ ਸਾਨੂੰ ਨਹੀਂ ਦਿੱਤੀ, ਪੰਜਾਬ ਦੇ ਪਿੰਡ ਉਜਾੜ ਕੇ ਚੰਡੀਗੜ੍ਹ ਬਣਾਇਆ ਤੇ ਉਹ ਅਜੇ ਤੱਕ ਰੌਲਾ ਵਿੱਚ ਆ। ਤੇ ਤੁਸੀਂ ਐਂ ਕਰੋ, ਤੁਸੀਂ 4 ਲੱਖ ਕਰੋੜ ਲਵੋ ਤੇ ਤੁਸੀਂ ਠੰਡੇ ਚੱਲੋ ਇੱਥੋਂ। ਤੇ ਬਾਕੀ ਦੂਜੀ ਗੱਲ ਇਹ ਆ ਵੀ ਤੁਹਾਨੂੰ ਚੱਡੀ ਧਾਰੀਓ ਮੁਬਾਰਕਾਂ, ਤੁਹਾਡੇ ਮਿਨਿਸਟਰਾਂ ਦੀਆਂ ਰੇਪਿਸਟ ਤੇ ਕਾਤਲ ਧੋਖਾਧੜੀ ਕਰਨ ਵਾਲੇ, ਜਿਉਂਦੇ ਲੋਕਾਂ ਨੂੰ ਤੇਲ ਪਾ ਕੇ ਸਾੜਨ ਵਾਲੇ ਸਰੰਗੀ ਵਰਗੇ ਜਿਹੜੇ ਉੜੀਸਾ ਤੋਂ MP ਜਿੱਤ ਕੇ ਆਇਆ ਆ, ਮੋਦੀ ਸਾਹਿਬ ਨੇ ਉਹਨਾਂ ਨੂੰ ਪੂਰਾ ਇੱਜ਼ਤ ਦਿੱਤੀ ਆ, ਉਹਨਾਂ ਨੂੰ ਮਿਨਿਸਟਰ ਬਣਾਇਆ ਆ। ਤੇ ਤੁਸੀਂ ਉਸੇ ਵੇਲੇ ਖਾਲਿਸਤਾਨ ਦਾ ਰੌਲਾ ਪਾਉਣ ਲੱਗ ਪੈਂਦੇ ਆ। ਜਦੋਂ ਤੁਸੀਂ ਕਹਿੰਦੇ ਆ ਅਸੀਂ ਹਿੰਦੂ ਰਾਸ਼ਟਰ ਬਣਾਉਣਾ ਆ, ਤੇ ਅਸੀਂ ਕਦੀ ਕੋਈ ਗੱਲ ਕੀਤੀ ਆ? ਬਣਾਓ ਜੀ, ਸਦਕੇ ਬਣਾਓ। ਅਸੀਂ ਕਦੀ ਕੋਈ ਰੌਲਾ ਨਹੀਂ ਪਾਇਆ, ਕਦੀ ਵਿੱਚ ਕੋਈ ਡਿੱਕਾ ਨਹੀਂ ਡਾਇਆ, ਤੁਸੀਂ ਬਣਾਓ। ਤੇ ਅਸੀਂ ਤਾਂ ਅਜੇ ਖਾਲਿਸਤਾਨ ਦਾ ਨਾਮ ਨਹੀਂ ਲੈਂਦੇ ਤੇ ਤੁਸੀਂ ਪਹਿਲਾਂ ਹੀ ਟੱਪਣ ਲੱਗ ਜਾਂਦੇ ਆ, ਖਾਲਿਸਤਾਨ ਮੁਰਦਾਬਾਦ ਕਰਨ ਲੱਗ ਪੈਂਦੇ ਆ। ਤੇ ਸਾਡੇ ਤਾਂ ਭੋਲੇ ਲੋਕਾਂ ਨੂੰ ਪਤਾ ਹੀ ਨਹੀਂ, ਸਾਡੇ ਭੋਲੇ ਲੋਕ ਅਜੇ ਇਹ ਸੋਚਦੇ ਪਏ ਆ ਵੀ ਖਰੇ ਅਜੇ ਹਿੰਦੂ ਰਾਸ਼ਟਰ ਬਣਨਾ ਆ। ਹਿੰਦੂ ਰਾਸ਼ਟਰ ਬਣ ਗਿਆ ਆ, ਮੋਦੀ ਸਾਹਿਬ ਤਾਂ ਹੀ ਵਾਪਸ ਆਏ ਆ। ਜੇ ਸਹੀ ਇਲੈਕਸ਼ਨ ਹੁੰਦਾ ਤੇ ਮੋਦੀ ਸਾਹਿਬ ਵਾਪਸ ਨਹੀਂ ਸੀ ਆਉਂਦੇ। ਇਲੈਕਸ਼ਨ ਕਮਿਸ਼ਨ ਦੇ ਵਿੱਚ ਸਾਰੇ ਬੰਦੇ ਇਹਨਾਂ ਦੇ ਫਿੱਟ ਹੋ ਗਏ, ਸਾਰੇ ਅਦਾਰੇ ਤਬਾਹ ਹੋ ਗਏ, ਸੁਪਰੀਮ ਕੋਰਟ, ਹਾਈ ਕੋਰਟ, CBI, ED,
ਸਾਰਿਆਂ ਦੇ ਵਿੱਚ ਤਾਂ ਬੰਦੇ ਫਿੱਟ ਹੋ ਗਏ, ਅਜੇ ਹੋਰ ਕੀ ਮਤਲਬ ਭਾਲਦੇ ਲੋਕ ਵੀ ਅਜੇ ਹਿੰਦੂ ਰਾਸ਼ਟਰ ਬਣਨ ਖਣੋਂ ਕੋਈ ਕਸਰ ਰਹਿ ਗਈ ਆ? ਹਿੰਦੂ ਰਾਸ਼ਟਰ ਬਣ ਗਿਆ ਆ, ਜਿਨ੍ਹਾਂ ਨੂੰ ਅਕਲ ਆ ਨਾ ਉਹਨਾਂ ਨੂੰ ਸਮਝ ਆ ਗਈ ਆ, ਜਿਨ੍ਹਾਂ ਦਾ ਮਾੜਾ ਮੋਟਾ ਦਿਮਾਗ ਕੰਮ ਕਰਦਾ ਆ। ਹਿੰਦੂ ਰਾਸ਼ਟਰ ਬਣ ਗਿਆ ਆ, ਇਦੋਂ ਤੇ ਹੋਰ ਕੀ ਬਣਾਉਣਾ ਆ? ਤੇ ਨਾਲੇ ਮੁਬਾਰਕਾਂ ਤੁਹਾਨੂੰ ਚੱਡੀ ਧਾਰੀਓ, ਮੁਬਾਰਕਾਂ ਤੁਹਾਨੂੰ। ਤੁਸੀਂ ਪਾਕਿਸਤਾਨ ਨੂੰ ਬੜੀਆਂ ਪੂਛਾਂ ਚੁੱਕ ਚੁੱਕ ਕੇ ਕਹਿੰਦੇ ਸੀ ਨਾ ਭੁੱਖਾ ਮੁਲਕ ਆ, ਨੰਗਾ ਮੁਲਕ ਆ, ਤੇ ਪਾਕਿਸਤਾਨ ਤਾਂ ਰੋਟੀ ਖਾਂਦਾ ਪਿਆ ਆ, ਪਰ ਹੁਣ ਤੁਹਾਡਾ ਬੁਰਾ ਹਾਲ ਹੋਣ ਵਾਲਾ ਆ। ਸਾਰਾ ਬੈਂਕਿੰਗ ਸਿਸਟਮ ਤਬਾਹ ਹੈ। ਰਿਜ਼ਰਵ ਜਿੰਨਾ 골ਡ ਸੀ ਉਹ ਮੋਦੀ ਸਾਹਿਬ ਨੇ ਗਹਿਣੇ ਪਾ ਦਿੱਤਾ ਆ। ਆਉਣ ਵਾਲੇ ਸਾਲ ਦੇ ਵਿੱਚ ਵੇਖਿਓ ਤੁਹਾਡੇ ਤੱਪੜ ਕਿਵੇਂ ਰੋਲਦੇ, ਕਿਉਂਕਿ ਜਿਹੜਾ ਤੁਹਾਨੂੰ ਹੰਕਾਰ ਸੀ ਨਾ ਵੀ ਅਸੀਂ ਬੜੀ ਸੁਪਰ ਪਾਵਰ ਆ ਤੇ ਅਸੀਂ ਅਸਮਾਨ ਨੂੰ ਲੱਤਾਂ ਲਾਈਆਂ ਹੋਈਆਂ, ਉਹ ਲੱਤਾਂ ਹੁਣ ਥੱਲੇ ਆਉਣ ਵਾਲੀਆਂ। ਹਿੰਦੁਸਤਾਨ ਨੂੰ ਕਿਸੇ ਦੁਸ਼ਮਣ ਦੀ ਲੋੜ ਨਹੀਂ। ਮੋਦੀ ਸਾਹਿਬ ਵਾਪਸ ਆ ਗਏ ਆ, ਇਕੱਲੇ ਹੀ ਕਾਫੀ ਆ। ਐ ਪੂਰੀਆਂ ਤਸੱਲੀਆਂ ਕਰਾ ਦੇਣਗੇ, ਤੁਸੀਂ ਵੇਖੀ ਜਾਇਓ ਵੀ ਅੱਗੇ ਅੱਗੇ ਬਣਦਾ ਕੀ। ਤੇ ਤੁਸੀਂ ਇੱਕ ਮੈਨੂੰ ਇਸ ਗੱਲ ਦੀ ਸਮਝ ਨਹੀਂ ਆਉਂਦੀ ਵੀ ਚਲੋ ਠੀਕ ਆ, ਲੋਕੀ ਵੋਟਾਂ ਪਾਉਂਦੇ ਆ ਉਸ ਲੀਡਰ ਨੂੰ, ਜੇ ਹੇਰਾਫੇਰੀ ਨਹੀਂ ਹੋਈ ਤਾਂ ਤੁਹਾਡੇ ਕਹਿਣ ਮੁਤਾਬਕ ਵੀ ਨਹੀਂ ਕੁਝ ਹੋਇਆ, ਫਿਰ ਤੁਸੀਂ ਇਹ ਦੱਸੋ ਵੀ ਤੁਸੀਂ ਕਿਉਂ ਵੋਟਾਂ ਪਾਈਆਂ ਮੋਦੀ ਨੂੰ? ਚੱਡੀ ਧਾਰੀਓ, ਇਹਦਾ ਕੋਈ ਜਵਾਬ ਹੈਗਾ ਆ? ਵੀ ਸਾਰੀ ਦੁਨੀਆ ਦੇ ਵਿੱਚ ਉਸ ਬੰਦੇ ਨੇ ਬੇਇੱਜ਼ਤੀ ਕਰਾਈ, ਅਖੀਰ ਤੇ ਆ ਕੇ ਰੌਲਾ ਪਾਇਆ ਵੀ ਪਾਕਿਸਤਾਨ 'ਚ ਸਰਜੀਕਲ ਸਟ੍ਰਾਈਕ ਕੀਤੀ ਜੀ, ਉਧਰ ਉਹ ਕੀਤਾ। ਕੀ ਉਹਦਾ ਨਤੀਜਾ ਨਿਕਲਿਆ? ਉਹ ਅਭਿਨੰਦਨ ਦੀਆਂ ਮੁਸ਼ਕਾਂ ਤੁਸੀਂ ਬਣਾਈਆਂ ਉਧਰ ਹੈ। ਉਹ 2 ਜਹਾਜ਼ ਉਹਨਾਂ ਨੇ ਐ ਸੱਟੇ ਜਿਵੇਂ ਗਰੀਬ ਦੀ ਧੌਣ 'ਚ ਨਹੀਂ ਸੱਟੀ ਦੀਆਂ, ਤੇ ਥੂ ਹੋਈ। ਉਲਟਾ ਤੁਸੀਂ ਅੱਗੋਂ ਇਹ ਗੱਲ ਕਹਿੰਦੇ ਪਏ ਆ ਵੀ ਪਾਕਿਸਤਾਨ ਨੇ ਡਰਦਿਆਂ ਨੇ ਛੱਡ ਦਿੱਤਾ। ਉਹ ਪੰਜਾਬੀ ਦਾ ਇੱਕ ਅਖਾਣ ਆ ਵੀ ਉਹ ਬਸ਼ਰਮ ਦੇ ਨਾ ਕਿਸੇ ਉਹੋ ਜੀ ਥਾਂ ਤੇ ਰੁੱਖ ਉੱਗਾ ਆ ਤੇ ਉਹ ਕਹਿੰਦਾ ਯਾਰ ਹਰੀ ਛਾਵੇਂ ਬਹਿਣਗੇ। ਤੁਹਾਡੀ ਉਹ ਗੱਲ ਆ, ਉਹ ਬਸ਼ਰਮੋ ਕੋਈ ਸ਼ਰਮ ਨੂੰ ਹੱਥ ਮਾਰੋ ਹਾਂ। ਤੇ ਬਾਕੀ ਗੁੱਡ ਲੱਕ, ਬੜਾ ਸੋਹਣਾ ਸਾਰਾ ਕੁਝ ਹੋ ਗਿਆ ਆ, ਪ੍ਰਾਈਮ ਮਿਨਿਸਟਰ ਤੁਹਾਨੂੰ ਮਿਲ ਗਿਆ ਆ, ਹੁਣ ਹੋਰ ਕਿਸੇ ਦੁਸ਼ਮਣ ਦੀ ਲੋੜ ਨਹੀਂ ਹੈਗੀ। ਤੇ ਤੁਸੀਂ ਵੇਖੀ ਚੱਲਿਓ, ਬੈਂਕਿੰਗ ਸਿਸਟਮ ਸਾਰਾ ਐ ਤਹਿਸ ਨਹਿਸ ਹੋ ਗਿਆ ਆ, ਰੋਡ ਤੇ ਆਉਣ ਵਾਲੇ ਆ। ਤੇ ਤੁਸੀਂ ਇਹ ਨਾ ਮਤਲਬ ਲੋਕਾਂ ਨੂੰ ਤਾਂ ਉਹਨਾਂ ਨੂੰ ਔਖੇ ਹੋਣਾ ਆ ਜਿਹੜਾ ਲੀੜਾ ਕੱਪੜਾ ਪਾਉਂਦੇ ਆ, ਤੁਹਾਡਾ ਤਾਂ ਧੋਤੀਆਂ ਨਾਲ ਸਰ ਜਾਣਾ। ਤੁਸੀਂ ਮੱਥੇ ਤੇ ਲਾ ਲੈਣਾ ਤਿਲਕ, ਤੇੜ ਪਾ ਲੈਣੀ ਧੋਤੀ ਦੇ ਹੱਥ 'ਚ ਟੱਲੀ ਹੈਂ। ਤੁਸੀਂ ਤਾਂ ਉਹ ਮਤਲਬ ਭਿਕਸ਼ਾ ਮੰਗ ਕੇ ਹੀ ਖਾਣੀ ਆ, ਤੁਹਾਡਾ ਤਾਂ ਕੰਮ ਚੱਲ ਜਾਣਾ। ਔਖੇ ਤਾਂ ਉਹਨਾਂ ਨੇ ਹੋਣਾ ਜਿਹੜੇ ਪੜ੍ਹੇ ਲਿਖੇ ਆ, ਜਿਨ੍ਹਾਂ ਦੇ ਹੱਥਾਂ 'ਚ ਡਿਗਰੀਆਂ ਆ ਹਾਂ, ਧੱਕੇ ਜਿਨ੍ਹਾਂ ਨੇ ਖਾਣੇ ਆ। ਤੇ ਰੱਬ ਉੱਤੇ ਵਹਿੰਦਾ ਆ ਜਿਹੜਾ ਜਿੰਨੀ ਜ਼ਿਆਦੀ ਚੁੱਕਵੀਂ ਗੱਲ ਕਰਦਾ ਆ ਨਾ, ਜਿੰਨੀ ਜ਼ਿਆਦੀ ਅੱਤ ਜਿਹੜੀ ਚੁੱਕਦਾ ਆ, ਉਹ ਰੱਬ ਠੰਡ ਪਾਉਂਦਾ ਆ। ਤੇ ਠੰਡ ਹੁਣ ਪੈ ਜਾਣੀ ਆ। ਕਈਆਂ ਨੂੰ ਖਰੇ ਇਹ ਅਸੀਂ ਮਨ ਦੇ ਵਿੱਚ ਵੀ ਖਰੇ ਮੈਨੂੰ ਮੋਦੀ ਦੇ ਆਉਣ ਦਾ ਕੋਈ ਗਮ ਆ, ਨਹੀਂ ਮੈਨੂੰ ਕੋਈ ਗਮ ਨਹੀਂ, ਮੈਂ ਤਾਂ ਬੜਾ ਖੁਸ਼ ਆ। ਹੋਰ ਕੀ ਸਾਨੂੰ ਚਾਹੀਦਾ ਆ? ਤੇ ਹੁਣ ਅਗਲੇ 1 ਸਾਲ ਦੇ ਵਿੱਚ ਆ ਪੂਰੇ ਤੱਪੜ ਰੁਲ ਜਾਣੇ ਆ। ਤੇ ਮੋਦੀ ਦਾ ਯਾਰ ਟਰੰਪ, ਉਹ ਵੀ ਚੰਗੀ ਖੰਡ ਪਾਉਂਦਾ ਪਿਆ ਆ 3-4 ਦਿਨਾਂ ਤੋਂ ਨਾ। ਉਹਨੇ ਪੂਰੀ ਬੇਇੱਜ਼ਤੀ ਕੀਤੀ ਆ ਵੀ ਉਹ ਗੰਦਾ ਮੁਲਕ ਆ, ਉਹ ਹੁਣ ਵਿਕਾਸਸ਼ੀਲ ਮੁਲਕ ਨਹੀਂ ਰਿਹਾ, এনवायरमेंट ਉਹਦਾ ਮਾੜਾ ਆ, ਪਾਣੀ ਉਹਦਾ ਮਾੜਾ ਆ, ਹਵਾ ਉੱਥੇ ਨਹੀਂ ਚੱਜਦੀ। ਤੇ ਹੁਣ ਸਾਰੇ ਪਾਸੋਂ ਚਪੇੜਾਂ ਪੈਣੀਆਂ ਆ ਤੇ ਤਿਆਰ ਰਹੋ ਹੁਣ। ਠੀਕ ਆ, ਜਿਉਂਦੇ ਵਸਦੇ ਰਹੋ, ਰੱਬ ਰਾਖਾ।